गुरु रूप साध संगत जीओ, गज वज के फतेह बुलाओ जी। वाहिगुरू जी का खालसा, वाहिगुरू जी की फतेह। जिस तरह आप सब ਨੂੰ ਪਤਾ ਹੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਆ ਰਹੀ ਹੈ। ਇਸ ਸ਼ਤਾਬਦੀ ਦੇ ਪ੍ਰੋਗਰਾਮ ਨੂੰ ਸਮਰਪਿਤ ਕਈ ਮਹੀਨਿਆਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੁਰੂ ਮਹਾਰਾਜ ਦੀ ਜੀਵਨ ਯਾਤਰਾ ਦਾ ਵਰਣਨ ਕਰਨ ਦੀ। ਸੋ ਪਿਛਲੀ ਲੜੀ ਨੂੰ ਜੋੜਨ ਵਾਸਤੇ ਮੈਂ ਇੱਥੇ ਬੇਨਤੀ ਕਰਾਂਗੀ ਕਿ ਇੱਥੇ ਅਸੀਂ ਕਿੱਥੇ ਛੱਡਿਆ ਸੀ ਕਿ ਗੁਰੂ ਮਹਾਰਾਜ ਦੇ ਧੜ ਦਾ ਸੰਸਕਾਰ ਤਾਂ ਦਿੱਲੀ ਰਾਇਸੀਨਾ ਵਿੱਚ ਹੋ ਗਿਆ ਸੀ, ਪਰ ਸੀਸ ਦੇ ਸੰਸਕਾਰ ਦੀ ਯਾਤਰਾ ਬਹੁਤ ਲੰਬੀ ਸੀ ਔਰ ਉਹ ਕਿਸ ਤਰ੍ਹਾਂ ਪੜਾਂ ਦਰ ਪੜਾਂ ਰੁਕਦੇ ਹੋਏ ਉਹਨਾਂ ਨੇ ਡਰ ਸਿੱਖਾਂ ਨੇ ਕਿਸ ਤਰੀਕੇ ਨਾਲ ਸੀਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚਾਇਆ ਸੀ। ਸੋ ਅਸੀਂ ਇੱਥੇ ਗੱਲ ਛੱਡੀ ਸੀ ਕਿ ਦਿੱਲੀ ਵਿੱਚੋਂ ਨਿਕਲਣ ਤੋਂ ਬਾਅਦ ਪਹਿਲੀ ਰਾਤ ਭਾਈ ਜੈਤਾ ਜੀ ਨੇ ਕਿੱਥੇ ਕੱਟੀ? ਦੇਵਾ ਰਾਮ ਧੋਬੀ ਦੇ ਘਰ, ਜਿਹੜਾ ਕਿ ਤਰਾਵੜੀ ਦੇ ਸਥਾਨ 'ਤੇ ਉੱਥੇ ਸਾਰੀ ਰਾਤ ਉਹਨਾਂ ਨੇ ਕੱਟੀ, ਜਿੱਥੇ ਭਾਈ ਜੈਤਾ ਅਤੇ ਦੇਵਾ ਰਾਮ ਸਾਰੀ ਰਾਤ ਬੈਠ ਕੇ ਪਾਠ ਕਰਦੇ ਰਹੇ। ਸਾਰਾ ਪਰਿਵਾਰ ਵੀ ਜਾਗਦਾ ਰਿਹਾ ਔਰ ਆਸ-ਪਾਸ ਅਤੇ ਬਾਕੀ ਭਾਈ ਉਦਾ ਅਤੇ ਭਾਈ ਨੈਨੂ ਜੀ ਉਹ ਆਸ-ਪਾਸ ਰਖਵਾਲੀ ਵਾਸਤੇ ਭੇਸ ਬਦਲ ਕੇ ਫਿਰਦੇ ਰਹੇ ਤਾਂ ਕਿ ਕਦੇ ਵੀ ਮਦਦ ਦੀ ਲੋੜ ਪੈ ਜਾਏ ਅਤੇ ਉਹ ਆ ਕੇ ਮਦਦ ਕਰ ਸਕਣ। ਖੈਰ, ਜਿੱਥੇ ਸੀਸ ਰੱਖਿਆ ਸੀ ਭਾਈ ਦੇਵਾ ਰਾਮ ਦੇ ਘਰ, ਉੱਥੇ ਸਮਾਂ ਪਾ ਕੇ ਬਹੁਤ ਸ਼ਾਨਦਾਰ ਗੁਰਦੁਆਰਾ ਜਿਹੜਾ ਉਹ ਬਣਾਇਆ ਗਿਆ, ਜਿਸ ਦਾ ਨਾਮ ਹੈ ਸੀਸ ਅਸਥਾਨ। ਸੀਸ ਅਸਥਾਨ ਨਾਮ ਦਾ ਗੁਰਦੁਆਰਾ ਬਣਾਇਆ ਗਿਆ। 1930 ਤੱਕ ਇੱਥੇ ਸਿਰਫ ਇੱਕ ਛੋਟਾ ਜਿਹਾ ਮੰਜੀ ਸਾਹਿਬ ਸੀ ਅਤੇ ਛੋਟੀਆਂ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਇੱਕ ਥੜਾ ਸੀ, ਜਿਸ ਦੇ ਉੱਪਰ ਲਾਲ ਰੰਗ ਦਾ ਚੂਨਾ ਫੇਰਿਆ ਗਿਆ ਸੀ। ਪਰ 1970 ਵਿੱਚ ਬਹੁਤ ਹੀ ਸ਼ਾਨਦਾਰ 5 ਮੰਜ਼ਿਲ ਇਮਾਰਤ ਬਣਾਈ ਗਈ, ਰੰਗ ਬਿਰੰਗੀਆਂ ਟਾਈਲਾਂ ਲਾ ਕੇ, ਔਰ ਵਾਕਈ ਉਹ ਦੇਖਣ ਯੋਗ ਹੈ। ਔਰ ਉਹ ਇਮਾਰਤ ਬਣਾਈ ਗਈ। ਅਜੇ ਉਸ ਇਮਾਰਤ ਦੇ ਥੱਲੇ ਅਜੇ ਵੀ ਭੋਰਾ ਸਾਹਿਬ ਹੈ। ਭੋਰਾ ਸਾਹਿਬ ਉਹ ਜਗ੍ਹਾ ਹੈ ਜਿੱਥੇ ਟੋਕਰੀ ਵਿੱਚ ਪਾ ਕੇ ਅਤੇ ਭਾਈ ਦੇਵਾ ਰਾਮ ਨੇ ਜ਼ਮੀਨ ਵਿੱਚ ਖੱਡਾ ਖੋਦ ਕੇ ਅਤੇ ਉਸ ਟੋਕਰੀ ਨੂੰ ਰੱਖ ਕੇ ਛੁਪਾਇਆ ਸੀ। ਸੋ ਉਸ ਜਗ੍ਹਾ 'ਤੇ ਭੋਰਾ ਸਾਹਿਬ ਅਜੇ ਵੀ ਹੈ। ਧੰਨ ਸੀ ਉਹ ਸਿੱਧਕੀ ਸਿੱਖ ਦੇਵਾ ਰਾਮ, ਜਿਸ ਨੇ ਸ਼ਾਹੀ ਹੁਕਮਾਂ ਤੋਂ ਜਿਹੜਾ ਨਹੀਂ ਡਰਿਆ, ਪੂਰੀ ਰਾਤ ਆਪਣੇ ਘਰ ਮਹਾਰਾਜ ਨੂੰ ਰੱਖ ਕੇ ਸੇਵਾ ਕੀਤੀ ਅਤੇ ਨਾਲ ਹੀ ਸ਼ੁਕਰ ਮਨਾਇਆ ਕਿ ਗੁਰੂ ਮਹਾਰਾਜ ਮੇਰੇ ਘਰ ਮੈਨੂੰ ਦਰਸ਼ਨ ਦੇਣ ਆਏ ਨੇ। ਖੈਰ, ਅੱਗੇ ਚੱਲੀਏ। ਦਿਨ ਚੜ੍ਹਨ ਤੋਂ ਪਹਿਲਾਂ ਹੀ ਭਾਈ ਜੈਤਾ ਜੀ ਸੀਸ ਨੂੰ ਚੁੱਕ ਕੇ ਅੱਗੇ ਟੁਰ ਪਏ ਅਤੇ ਅੰਬਾਲੇ ਦੇ ਰਸਤੇ ਚੱਲ ਪਏ। ਅੰਬਾਲੇ ਦੇ ਕੋਲ ਉਸ ਵਕਤ ਕੀ ਸੀ? ਇੱਕ ਨਦੀ ਵਗਦੀ ਸੀ ਜਿਸ ਦਾ ਨਾਮ ਸੀ ਟਾਂਗਰੀ ਨਦੀ। ਉਸ ਨਦੀ ਨੂੰ ਪਾਰ ਕਰਕੇ ਇੱਕ ਜੰਡ ਦੇ ਪੇੜ ਥੱਲੇ ਥੋੜ੍ਹੀ ਦੇਰ ਵਾਸਤੇ ਭਾਈ ਜੈਤਾ ਜੀ ਨੇ ਸੀਸ ਨੂੰ ਰੱਖਿਆ ਅਤੇ ਥੋੜ੍ਹੀ ਦੇਰ ਆਰਾਮ ਕੀਤਾ। ਹੁਣ ਅੱਗੋਂ ਜਿਹੜਾ ਰਸਤਾ ਸੀ ਉਹ ਕੀ ਸੀ? GT ਰੋਡ, ਜਿਸ ਨੂੰ ਅਸੀਂ ਕਹਿੰਦੇ ਹਾਂ, ਉਹਨੂੰ ਪਹਿਲੇ ਕਹਿੰਦੇ ਸੀ ਜਰਨੈਲੀ ਸੜਕ। ਸੋ ਜਰਨੈਲੀ ਸੜਕ ਦੇ ਆਸ-ਪਾਸ ਉਹਨਾਂ ਨੂੰ ਇਹ ਖਬਰ ਮਿਲੀ ਕਿ ਮੁਗਲ ਸੈਨਿਕਾਂ ਦੇ ਦਸਤੇ ਦੂਰ ਦੂਰ ਤੱਕ ਤਲਾਸ਼ ਕਰਦੇ ਫਿਰ ਰਹੇ ਹਨ ਕਿ ਆਖਰ ਗੁਰੂ ਸਾਹਿਬ ਦਾ ਸਰੀਰ ਗਿਆ ਕਿੱਥੇ, ਕੌਣ ਲੈ ਗਿਆ। ਕਿਉਂਕਿ ਉਹਨਾਂ ਦੇ ਇਤਨੇ ਪਹਿਰੇ ਹੋਣ ਦੇ ਬਾਵਜੂਦ ਵੀ ਉਹ ਨਿਡਰ ਸਿੱਖ ਸਨ ਜਿਨ੍ਹਾਂ ਨੇ ਸਰੀਰ ਉੱਥੋਂ ਚੁੱਕਿਆ ਅਤੇ ਉਸ ਦੇ ਸਰੀਰ ਦੇ ਸੰਸਕਾਰ ਦਾ ਪ੍ਰਬੰਧ ਕੀਤਾ। ਖੈਰ, ਇੱਥੋਂ ਪਤਾ ਲੱਗਿਆ ਕਿ ਉਸ ਜਰਨੈਲੀ ਸੜਕ 'ਤੇ, ਜਿਹਨੂੰ ਅੱਜ ਕੱਲ੍ਹ ਅਸੀਂ ਕਹਿ ਦਿੰਦੇ ਹਾਂ GT ਰੋਡ, ਉਸ GT ਰੋਡ 'ਤੇ ਸਰਕਾਰੀ ਮੁਗਲ ਸੈਨਿਕਾਂ ਦੇ ਦਸਤੇ ਲੱਭਦੇ ਫਿਰ ਰਹੇ ਹਨ ਕਿ ਕਿਹੜਾ ਸਿੱਖ ਸੀ ਜਿਹੜਾ ਉੱਥੋਂ ਚੁੱਕ ਕੇ ਲੈ ਗਿਆ। ਇਸ ਵਾਸਤੇ ਭਾਈ ਜੈਤਾ ਜੀ ਨੇ ਸੋਚਿਆ ਕਿ ਹੁਣ ਮੇਨ ਰੋਡ 'ਤੇ ਜਾਣਾ ਜਿਹੜਾ ਉਹ ਠੀਕ ਨਹੀਂ ਹੈ, ਉਹ ਬਿਲਕੁਲ ਹੀ ਸੇਫ ਨਹੀਂ ਹੈ। ਤਾਂ ਹੁਣ ਖੇਤਾਂ ਵਿੱਚੋਂ ਦੀ ਟੁਰ ਕੇ ਜਾਣਾ ਪਏਗਾ ਅਤੇ ਪਿੰਡਾਂ ਦੇ ਵਿੱਚੋਂ ਲੰਘਣਾ ਪਏਗਾ। ਸੋ ਉਹਨਾਂ ਨੇ ਰਸਤਾ ਬਦਲ ਲਿਆ ਔਰ ਆਸ-ਪਾਸ ਦੇ ਲੋਕਾਂ ਕੋਲ ਪੁੱਛਿਆ, ਕਿਸੇ ਪਿੰਡ ਕੋਲ ਪਹੁੰਚੇ, ਆਸ-ਪਾਸ ਦੇ ਲੋਕਾਂ ਕੋਲ ਪੁੱਛਿਆ ਕਿ ਕਿਆ ਇੱਥੇ ਗੁਰੂ ਕੇ ਸਿੱਖ ਰਹਿੰਦੇ ਹਨ। ਸੋ ਉੱਥੋਂ ਪਤਾ ਕੀ ਲੱਗਿਆ ਕਿ ਹਾਂ, ਉੱਥੇ ਕੁਝ ਹਿੰਦੂ ਗੁਜੁਲਾਹੇ, ਕੋਈ ਸੈਣੀ ਜਾਤ ਦੇ ਲੋਕ, ਕੋਈ ਇੱਕ ਹਿੰਦੂਆਂ ਦਾ ਮਹੱਲਾ ਹੈ ਜੋ ਪੁਰਾਤਨ ਸਮੇਂ ਤੋਂ ਹੀ ਗੁਰੂ ਨਾਨਕ ਨੂੰ ਮੰਨਣ ਵਾਲੇ ਹਨ, ਗੁਰੂ ਕੇ ਸਿੱਖ ਹਨ। ਅਤੇ ਇੱਥੇ ਉਹਨਾਂ ਦਾ ਉਸ ਮਹੱਲੇ ਦੇ ਵਿੱਚ ਗੁਰਬਾਣੀ ਦਾ ਪਾਠ ਵੀ ਕੀਤਾ ਜਾਂਦਾ ਹੈ। ਉਸ ਮਹੱਲੇ ਦੇ ਲੋਕ ਜਿਹੜੇ ਨੇ ਉਹ ਸ਼ਰਧਾ ਵੀ ਰੱਖਦੇ ਨੇ ਗੁਰੂ ਘਰ ਦੇ ਵਿੱਚ। ਸੋ ਭਾਈ ਜੈਤਾ ਪੁੱਛਦੇ ਉਸ ਜਗ੍ਹਾ 'ਤੇ ਪਹੁੰਚ ਗਏ, ਉਸ ਮਹੱਲੇ ਵਿੱਚ। ਉੱਥੇ ਜਦੋਂ ਪਹੁੰਚ ਗਏ ਅਤੇ ਉੱਥੇ ਉਹਨਾਂ ਨੂੰ ਇੱਕ ਗੁਰੂ ਕਾ ਸਿੱਧਕੀ ਸਿੱਖ ਮਿਲਿਆ, ਜਿਸ ਦਾ ਨਾਮ ਸੀ ਦੇਵਾ ਰਾਮ। ਪਹਿਲੇ ਅਸੀਂ ਜਦੋਂ ਗੱਲ ਕੀਤੀ ਹੈ, ਪਹਿਲਾ ਤਰਾਵੜੀ ਵਾਲਾ ਜਿਹੜਾ ਪੜਾਅ ਸੀ, ਉੱਥੇ ਉਹਨਾਂ ਨੂੰ ਰਾਮਦੇਵਾ ਨਾਮ ਦਾ ਧੋਬੀ ਮਿਲਿਆ ਸੀ। ਲੇਕਿਨ ਇੱਥੇ ਜਿਹੜਾ ਸਿੱਖ ਮਿਲਿਆ ਉਹਦਾ ਨਾਮ ਸੀ ਦੇਵਾ ਰਾਮ। ਉਹ ਦੇਵਾ ਰਾਮ ਮਿਲਿਆ ਅਤੇ ਭਾਈ ਜੈਤਾ ਜੀ ਨੇ ਉਸ ਨੂੰ ਸਾਰੀ ਘਟਨਾ ਜਦ ਸੁਣਾਈ ਅਤੇ ਉਹ ਬੜੇ ਵਿਰਾਗ ਵਿੱਚ ਆ ਗਿਆ ਅਤੇ ਉਸਨੇ ਕਿਹਾ
कि तुसीं मेरे घर चलो। अपने घर लै गया और भाई जैते नूं बहुत थकावट सी, 2 रातां दा नींदरा सी, उन्हां नूं आराम दी भी लोड़ सी। सो उसने कहा कि तुसीं आराम करो तो असीं इत्थे बैठ के पैरा देंगे तो नाले असीं महाराज दे कोल बैठ के तो असीं गुरबाणी दा पाठ करांगे। सो रामदेवा ते उसका परिवार सारी रात पैरा भी देंदे रहे तो बैठ के पाठ भी करते रहे, पर अखां सजल सन, अखां चों आंसू जिहड़े सन बंद ही नहीं हो रहे सन। देख के ये नज़ारा देखना असीं सिर्फ इतिहास पढ़ रहे हैं, असीं सुन रहे हैं, पर कभी सोच के देखो कि इस नज़ारे को देखना कितना मुश्किल है। गुरु के सिदकी सिख जो देखन कि गुरु महाराज सिर्फ सीस, पूरा शरीर भी नहीं, सामने होन तो जरूरी गल है कि मन जो विराग भी तो आएगा ही सही। सो पूरे विराग के नाल अखां उन्हों दी अखां चों आंसू आते रहे, पर फिर भी वो पाठ करते रहे। और पूरी रात सारे परिवार ने, रामदेवा तो उसके परिवार ने पूरी रात पैरा कट्टिया और पूरी रात उन्होंने रखवाली की, उस चीज़ की रखवाली की। हुण जदों सवेर हुई तो भाई जाता ने कहा कि मेरा तो उन्हों का मिशन कुछ होर सी कि मैं अगे जाना है, तो अगे चल पे। तो सवेर होंदे कित्थे चल पे, वो बनूड़ वाले पासे, बनूड़ नाम का उत्थे शहर सी, उस पासे वो चल पे। और रामदेवा जिहड़ा सी वो जितना चिर जींदा रहा, उसने उस सीस रखने वाली थां ते एक थड़ा बनाया, उत्थे हमेशा वो दीवा बत्ती जगांदा रहा, सिमरन करता रहा। और जिस जंड के थल्ले सीस रखा गया सी 1702 विच गुरु गोबिंद सिंह जी उत्थों लंघे तो एक बजुर्ग जिसका नाम जिसका नाम सी मेहर तूमिया, बहुत बजुर्ग हो चुका सी, बहुत बुढ़ा हो चुका सी, उसने ये सारी गल सुनाई कि इत्थे भाई जैता जी साडे पिंड विचों लगे सन, यह पिंड जंड का पेड़ है जिथे महाराज का सीस जिहड़ा वो रखा गया सी। उस बजुर्ग ने सारी गल सुनाई तो उसने गुरु गोबिंद सिंह जी उस महल्ले दे विच 14 दिन तक रहे। उन्होंने जंड वाली थां ते सफाई कराई और उत्थे एक थड़ा बनवाया। उस थड़े ते बैठ के गुरु महाराज सवेरे शाम सत्संगत करते रहे, संगत जुड़ती रही और फिर अगे वो अपने रस्ते ते चल पे। महाराज ने कहा मेरा रुकना कम नहीं है, मैं जिस मिशन ते जा रहा मैं तो अगे चला जावांगा। लोगों ने कहा कि तुसीं इत्थे ठहरो तो असीं इस जंड के पेड़ थल्ले असीं एक यादगार बनावांगे, गुरु तेग बहादुर जी की यादगार बनावांगे। पर गुरु गोबिंद सिंह महाराज ने कहा कोई गल नहीं, मेरे सिख समा पा के अपने आप ही इस स्थान पर यादगार बना लैणगे तो मैं इत्थे रुक नहीं सकता, मैं अपनी मिशन ते अगे जाना। खैर महाराज उत्थों टुर गए, लेकिन लोगों ने सेवा संभाल की उस जगह की और समा पा के उत्थे एक बड़ा ही आलीशान गुरुद्वारा बनाया गया जिसका नाम है गुरुद्वारा सतसंगत। इस वास्ते उन्होंने नाम रखा सी क्योंकि उस माड़े जे छोटे जे पिंड विच और उस जंड के पेड़ के थल्ले एक थड़ा बना के तो गुरु महाराज ने उसनूं पवित्र किया सी। उत्थे बैठ के उन्होंने 14 दिन तक गुरबाणी पढ़ी, सवेरे शाम सत्संगत की। सो लोगों ने उसका नाम की रखा, उस गुरुद्वारे का नाम गुरुद्वारा सतसंगत। ये गुरुद्वारा सतसंगत उत्थे सी जिथे कि भाई देवाराम, इत्थे भाई देवाराम तो पिछे रह गई गल त्रावड़ी। इत्थे जिहड़ा भाई रामदेवा सी उस भाई रामदेवा के घर के कोल उस जंड के पेड़ के थल्ले उस जगह के उत्ते जिहड़ा गुरुद्वारा बनया उसका नाम की बनया गुरुद्वारा सतसंगत। तो ये भाई जैता जी का दूजा पड़ाव सी। पहला पड़ाव सी त्रावड़ी और ये सी दूजा पड़ाव। और दूजे पड़ाव तो बाद की सी अजे भी उन्होंने पता सी कि मेरी मंजिल तो बहुत दूर है, मैं पहुँचना कित्थे है, अनंदपुर साहब पहुँचना है। सो वो रुकना नहीं चाहते सी, किसी भी तरीके छुपते छुपाते उन्होंने ये सोच रखा सी कि मैं अनंदपुर साहब जरूर पहुँचागा और मैं जाके गुरु गोबिंद सिंह जी नूं महाराज दा सीस जिहड़ा भेंट करांगा। खैर उन्होंने अपने मिशन अपना दृढ़ संकल्प से वो चलते रहे। गुरु महाराज ने भी उन्होंने मदद की और उन्होंने मिशन के कामयाबी बख्शी। तो बाकी के जोड़े 2 सिख सन भाई उदा तो भाई नानू, उन्होंने काम ही यही सी कि वो आस पास फिरते रहते सन, किसी को पता नहीं लगता सी, लेकिन वो नज़र रखते सन कि भाई जाता जी कित्थे जा रहे हैं, कोई इन्होंने दिक्कत तो नहीं आ रही, कोई किसी को शक तो नहीं पै रहा, कोई शिकायत करने वाला तो नहीं है। सो उन्होंने सेवा भी बराबर नाल चल रही सी। सो वो आस पास फिरते रहते सन तो भाई जाता जी उस टोकरी नूं संभाल के ते अगे अगे चलते रहते सन। सो भाई जाता जी इत्थों निकले तो अगले पड़ाव वाले पासे टुर पे। भाई जाता जी की तन सी पाई जाता जी जिन्होंने हौसला नहीं हारिया, सारिया मुसीबतों अपने शरीर ते जरिया और अपने मन दे विच
दृढ़ संकल्प अपना पक्का इरादा किया, हुकूमत को बिल्कुल नहीं डरिया और कि मैं जो सोचा सी अरदास करके चले सी और मैं जिथे जाना है मैं उत्थे पहुँचागा जरूर और मैं महाराज का सीस का संस्कार पूरे सत्कार नाल करावांगा। खैर असी गल कर रहे सी तीजा 2 पड़ाਅ की असी गल कर चुके हैं। 2 रातां भाई जाता जी कट चुके ने। हुण आ गई उस तो बाद अगले दिन उत्थों चले तो अंबाले तो मार निकल के तो रस्ता जिहड़ा सी वो उन्हां नूं मिलिया नाभे वाले पासे वो अगे चल पे। जब अगे चल पे वैसे हुण तक कुछ खबर गुरु के सिखां नूं, गुरु के श्रद्धावान लोगों नूं थोड़ी खबर पहुँच चुकी सी कि इस रस्ते तो कोई गुरु का सिख गुरु महाराज के सीस नूं लैके ते इत्थे आ रहा है। हौली हौली खबर जिहड़ी सी ये पहुँचनी शुरू हो गई सी। सो वो जदों उत्थे जा रहे सन तो आस पास के लोगों नूं कुछ पता सी कि इस रस्ते तो गुरु के सिंह जिहड़े ने वो लंघ रहे हैं। हालांकि पहचान नहीं सी क्योंकि पेस उन्होंने बदले हुए सन, पहचान नहीं कर रहे सन, लेकिन इस घटना का कुछ जिक्र जिहड़ा है वो लोगों नूं पता लग गया सी। हुण जदों पिंड तो अंबाले तो नाभे वाल चले तो रस्ते 'च एक पिंड आया। उस पिंड दे विच एक मुसलमान दरवेश किहनूं कहंदे ने फकीर, एक फकीर मुसलमान रहिंदा सी जिसकी कुटिया सी। उसकी कुटिया पिंड तो बाहर सी। सो उस कुटिया दे विच रहिंदा सी। उसनूं जदों सारी इस गल का पता लग्या, इस शहीदी के बारे पता लगा, अंदरों वो भी गुरु घर नूं मनण वाला सी, गुरु का सिख ही सी, चाहे वो मुसलमान सी। सारे मुसलमान तो खराब नहीं सन, वो पूरी श्रद्धा रखता सी। सो उसनूं ये भी खबर पता लग गई कि कुछ सिख जिहड़े ने उस चीज़ लैके इस रस्ते तो लंघ रहे हैं। सो उन्होंने प्रण किया होया कि असी अनंदपुर साहब पहुँचना है, पर अजे अनंदपुर साहब तो बहुत दूर है, अजे उन्होंने टाइम लगेगा तो अज की रात वो कित्थे कट्टणगे। सो वो जिहड़ा दरवेश सी, जिहड़ा फकीर सी, वो अगों दी हो के मिलिया तो भाई जैता जी नूं वो मिल गया। रस्ते विच जाके उसने ये बेनती की कि तुसी फिक्र ना करो, मेरी कुटिया इस पिंड विच है, मैं फकीर हाँ, दूसरी गल मैं मुसलमान हाँ, मेरे ते किसी ने शक भी नहीं करना, तो तुसी बेफिक्र होके मेरी कुटिया दे विच रात कट्टो, आराम करो तो फिर तुसी अगे अपने रस्ते चले जाना। खैर भाई जैता जी नूं भी गल जिहड़ी वो ठीक लगी कि जिहड़ा बंदा इतनी श्रद्धा रखता है और वो उन्होंने ये नहीं उस वक्त मन में कभी इस गल का वहम नहीं आया कि ये मुसलमान है, किते सानूं धोखा ना दे जाए, किते बेदबी ना करे, नहीं, उसकी श्रद्धा नूं भाई जैता जी ने पहचानिया और उसनूं हाँ कर दी कि हाँ ठीक है मैं तुहाडी कुटिया दे विच चलांगा। सो भाई जैता जी उस दे नाल उसदी कुटिया दे विच चल पे तो उत्थे जाके उस फकीर ने जितना भी उहदे कोल पॉसीबल हो सकता सी उसने पूरे आराम दे नाल भाई जैता जी ने कहा तुसी आराम नाल रात कट्टो, तुसी सो, तुसी बहुत थके हुए सी, कई रातां तो वो चलते आ रहे सी कि तुसी इत्थे आराम करो, मैं पैरा इत्थे देंगा। सो वो मुसलमान दरवेश वो फकीर उसने सारी रात पैरा दिता तो भाई जैता जी नूं आराम नाल उत्थे सोया कि तुसी अगे भी जाना है। उसने कितनी उसने हमदर्दी की कि तुसी आराम करो, मैं पैरा देंगा और कोई किसी तरह का कोई नुकसान नहीं होएगा। वो बैठ के उत्थे सिमरन करता रहा तो उसने बाद उस जगह पर एक कच्चा जिहा थड़ा बना लिया और जदों भाई जैता जी चले भी गए सी तां भी वो बैठ के उत्थे उस थड़े के कोल सिमरन करता रहिंदा सी। हुण समा पा भाई जैता जी तो जाना ही सी, वो तो अगे चल पे, लेकिन अगे समा पा के की होया कि पटियाले दे महाराजा, पटियाले दे राजे सन, उन्हां विचों पटियाले दे महाराजा करम सिंह वो एक बारी उत्थों लंघे तो उन्होंने इस सारी गल का पता लगा तो उन्होंने की किया उस कुटिया दे अंदर एक थड़ा बना के उस दे चारों पासे एक चार दीवारी बना देती तो हौली हौली की होया कि ये जगह जी सी एक तरह नाल गुरु महाराज की यादगार बन गई। चाहे वो दरवेश जिहड़ा सी वो नहीं रहा संसार ते, लेकिन उसकी कुटिया जिहड़ी सी उसके चारों पास जो चार दीवारी बनाई गई तो एक की आस पास की हो गया, पता लग गया कि ये यादगार किसदी है, उस दरवेश की नहीं, यादगार किसदी, गुरु तेग बहादुर जी की, क्योंकि उन्होंने सीस इत्थे रखा गया सी। सो उस जगह पर उन्होंने चार दीवारी बनाई और हुण उस जगह पर उस दरवेश की कुटिया वाली जगह पर जिहड़ा गुरुद्वारा बनया उसका नाम है गुरुद्वारा सीस अस्थान पातशाही 9वीं। कभी कोशिश करो तो पता इतिहास में जो पढ़ो तो फिर कई चीज़ां नवीं पता लगदियां ने कि वो गुरुद्वारे का नाम रखा गुरुद्वारा सीस अस्थान पातशाही 9वीं। सो इत्थे जो रुकिया
ਇੱਥੇ ਭਾਈ ਜੈਤਾ ਜੀ ਰੁਕੇ ਸਨ ਅਤੇ ਅੱਗੇ ਚਲੇ ਗਏ ਸਨ। ਲੇਕਿਨ ਉਹਨਾਂ ਤੋਂ ਜਦੋਂ ਉੱਥੋਂ ਨਿਕਲੇ, ਭਾਈ ਜੈਤਾ ਜੀ ਜਦੋਂ ਕੁਟੀਆ ਤੋਂ ਬਾਹਰ ਚੱਲੇ ਅਤੇ ਉਹਨਾਂ ਦੇ ਮਨ ਵਿੱਚ ਬੜੀ ਸੈਟਿਸਫੈਕਸ਼ਨ, ਬੜਾ ਸੰਤੋਸ਼ ਔਰ ਹੁਣ ਉਹਨਾਂ ਦੇ ਅੰਦਰ ਖੁਸ਼ੀ ਉਹ ਮਹਿਸੂਸ ਕਰ ਰਹੇ ਸਨ ਕਿ ਬਹੁਤ ਸਾਰਾ ਰਸਤਾ ਤਾਂ ਮੈਂ ਪਾਰ ਕਰ ਲਿਆ, ਹੁਣ ਅੱਗੋਂ ਤੇ ਬੜਾ ਥੋੜ੍ਹਾ ਰਸਤਾ ਰਹਿ ਗਿਆ ਔਰ ਗੁਰੂ ਮਹਾਰਾਜ ਮੈਂ ਕਿਰਪਾ ਕਰਨਗੇ ਔਰ ਮੈਂ ਆਪਣੀ ਮੰਜ਼ਿਲ ਦੇ ਨੇੜੇ ਪਹੁੰਚ ਰਿਹਾ। ਗੁਰੂ ਜੀ ਮਿਹਰ ਕਰਨਗੇ ਅਤੇ ਮੈਨੂੰ ਮੇਰੇ ਮਿਸ਼ਨ ਵਿੱਚ ਸਫਲਤਾ ਉਹ ਬਖਸ਼ਣਗੇ। ਹੁਣ ਉਸ ਪਹਿਲੇ ਤਾਂ ਵਿਚਾਰਾ ਜਦੋਂ ਚੱਲਿਆ ਸੀ ਅਤੇ ਅੰਦਰ ਸ਼ੰਕਾ ਆਉਂਦੀ ਸੀ, ਪਤਾ ਨਹੀਂ ਮੈਂ ਪਹੁੰਚ ਸਕਾਂਗਾ ਕਿ ਨਹੀਂ ਪਹੁੰਚ ਸਕਾਂਗਾ, ਪਰ ਹੁਣ ਕਾਫੀ ਨੇੜੇ ਪਹੁੰਚ ਚੁੱਕਾ ਸੀ। ਇੱਕ ਅੱਧ ਦਿਨ ਦੀ ਗੱਲ ਹੋ ਰਹਿ ਗਈ ਸੀ। ਸੋ ਉਹਦੇ ਮਨ ਵਿੱਚ ਇਸ ਗੱਲ ਦਾ ਸੰਤੋਸ਼, ਇਸ ਗੱਲ ਦੀ ਸੈਟਿਸਫੈਕਸ਼ਨ ਹੋਈ ਕਿ ਹੁਣ ਉਮੀਦ ਲੱਗ ਗਈ ਕਿ ਮੈਂ ਹੁਣ ਜਲਦੀ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਵੀ ਕਰਾਂਗਾ ਅਤੇ ਆਪਣੇ ਮਿਸ਼ਨ ਨੂੰ ਮੈਂ ਸਫਲਤਾ ਵੀ ਮੈਨੂੰ ਮਿਲ ਜਾਏਗੀ। ਔਰ ਜਿਹੜੇ ਸਨ ਉਸ ਵਕਤ ਇਸੇ ਤਰ੍ਹਾਂ ਜਿਹੜੇ ਨਾਲ ਦੇ ਦੋ ਸਿੱਖ ਸਨ, ਦੇ ਸਿੱਖ ਜਿਹੜੇ ਰਖਵਾਲੀ ਕਰਦੇ ਸਨ, ਉਹ ਵੀ ਕਾਹਲੀ ਕਾਹਲੀ ਅੱਗੇ ਟੁਰ ਪਏ। ਉਹ ਕਾਹਲੀ ਕਾਹਲੀ ਅੱਗੇ ਚਲੇ ਗਏ ਤਾਂ ਕਿ ਜਾ ਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਖਬਰ ਦਈਏ ਕਿ ਭਾਈ ਜੈਤਾ ਜੀ ਹੁਣ ਨੇੜੇ ਪਹੁੰਚ ਗਏ ਨੇ ਅਤੇ ਤੁਹਾਡੇ ਕੋਲ ਇੱਥੇ ਆਉਣ ਵਾਲੇ ਨੇ। ਖੈਰ ਇੱਥੇ 1 ਮਿੰਟ ਰੁਕ ਕੇ ਅਤੇ ਮੈਂ ਅੱਜ ਦਾ ਸਵਾਲ ਜਿਹੜਾ ਉਹ ਪੁੱਛਣਾ ਚਾਹਾਂਗੀ। ਜੇ ਕਦੀ ਇਤਿਹਾਸ ਪੜ੍ਹਿਆ ਹੋਵੇ ਜਾਂ ਸੁਣਿਆ ਹੋਵੇ, ਹਰ ਸਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਹੁਤ ਹਰ ਜਗ੍ਹਾ 'ਤੇ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਔਰ ਖ਼ਾਸ ਤੌਰ 'ਤੇ ਇਹ ਜਿਹੜਾ ਰਸਤਾ ਸ਼ਹੀਦੀ ਮਾਰਗ ਜਿਹਨੂੰ ਕਹਿੰਦੇ ਹਾਂ ਅਸੀਂ, ਸ਼ਹੀਦੀ ਮਾਰਗ ਜਿਸ ਨੂੰ ਕਹਿੰਦੇ ਹਾਂ, ਜਿਹੜਾ ਕਿ ਦਿੱਲੀ ਤੋਂ ਲੈ ਕੇ ਅਤੇ ਅਨੰਦਪੁਰ ਸਾਹਿਬ ਦਾ ਰਸਤਾ ਹੈ, ਇਸ ਰਸਤੇ 'ਤੇ ਜਿੰਨੇ ਵੀ ਗੁਰਦੁਆਰੇ ਨੇ, ਹੁਣ ਪਹਿਲੇ ਤਾਂ ਗੁਰਦੁਆਰੇ ਸੀ ਨਹੀਂ, ਲੇਕਿਨ ਹੌਲੀ ਹੌਲੀ ਜੋ ਗੁਰਦੁਆਰੇ ਬਣ ਗਏ ਨੇ, ਉਹਨਾਂ ਗੁਰਦੁਆਰਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸੋ ਜੇ ਕਦੀ ਇਤਿਹਾਸ ਪੜ੍ਹਿਆ ਹੋਵੇ ਜਾਂ ਸੁਣਿਆ ਹੋਵੇ ਹਰ ਸਾਲ ਗੁਰਪੁਰਬ ਦੇ ਵਿੱਚ ਅਤੇ ਯਾਦ ਹੋਵੇ ਤਾਂ ਤੁਸੀਂ ਮੈਨੂੰ ਨਾਮ ਦੱਸਣਾ ਹੈ ਉਸ ਮੁਸਲਮਾਨ ਦਰਵੇਸ਼ ਦਾ, ਉਸ ਮੁਸਲਮਾਨ ਫਕੀਰ ਦਾ, ਜਿਸ ਨੇ ਆਪਣੀ ਕੁਟੀਆ ਵਿੱਚ ਮਹਾਰਾਜ ਦਾ ਸੀਸ ਰੱਖਿਆ ਅਤੇ ਪੂਰੀ ਰਾਤ ਜਿਹੜੀ ਹੈ ਉਹ ਸੇਵਾ ਕੀਤੀ। ਮੈਂ ਫਿਰ ਉਸ ਤੋਂ ਬਾਅਦ ਸਵਾਲ ਨੂੰ ਰਿਪੀਟ ਕਰ ਰਹੀ ਹਾਂ ਕਿ ਮੈਨੂੰ ਉਸ ਮੁਸਲਮਾਨ ਫਕੀਰ ਦਾ ਨਾਮ ਦੱਸੋ ਜਿਸ ਨੇ ਆਪਣੇ ਘਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਪੂਰੀ ਰਾਤ ਰੱਖਿਆ ਅਤੇ ਪੂਰੀ ਸੇਵਾ ਕੀਤੀ। ਉਸ ਮੁਸਲਮਾਨ ਫਕੀਰ ਦਾ ਨਾਮ ਦੱਸੋ ਜੀ। ਫਿਰ ਅੱਗੇ ਚਲੀਏ ਕਿ ਹੁਣ ਕੀ ਸੀ ਕਿ ਭਾਈ ਜੈਤਾ ਜੀ ਤਾਂ ਅੱਗੇ ਚੱਲ ਪਏ ਕਿ ਮੈਂ ਤਾਂ ਜਾਣਾ, ਮੈਂ ਤਾਂ ਰੁਕ ਨਹੀਂ ਸਕਦਾ। ਉਹ ਚੱਲ ਪਏ ਔਰ ਜਿਹੜੇ ਭਾਈ ਉਦਾ ਔਰ ਭਾਈ ਨਾਨੂ ਜੀ ਸਨ, ਉਹਨਾਂ ਨੂੰ ਵੀ ਵਿੱਚ ਕਿਤੇ ਕਿਤੇ ਉਹ ਮਿਲਦੇ ਰਹਿੰਦੇ ਸਨ, ਆਪਸ ਵਿੱਚ ਗੱਲ ਵੀ ਕਰਦੇ ਰਹਿੰਦੇ ਸਨ। ਸੋ ਉਹਨਾਂ ਨੂੰ ਵੀ ਲੱਗਿਆ ਕਿ ਹੁਣ ਅਸੀਂ ਨੇੜੇ ਪਹੁੰਚ ਗਏ, ਕੀਰਤਪੁਰ ਸਾਹਿਬ ਆਏਗਾ, ਕੀਰਤਪੁਰ ਸਾਹਿਬ ਤੋਂ ਬਾਅਦ ਅਨੰਦਪੁਰ ਸਾਹਿਬ ਆ ਜਾਏਗਾ। ਸੋ ਉਹਨਾਂ ਨੇ ਕਿਹਾ ਕਿ ਜਾ ਕੇ ਸਾਨੂੰ ਇੱਕ ਖਬਰ ਜ਼ਰੂਰ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਣੀ ਚਾਹੀਦੀ ਹੈ। ਸੋ ਉਹ ਤੇਜ਼ ਰਫ਼ਤਾਰ ਨਾਲ ਅੱਗੇ ਚੱਲ ਪਏ ਅਤੇ ਜਾ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਖਬਰ ਪਹੁੰਚਾਈ। ਖੈਰ ਅਤੇ ਭਾਈ ਜੈਤਾ ਜੀ ਅਤੇ ਉਸ ਕੁਟੀਆ 'ਚੋਂ ਬਾਹਰ ਨਿਕਲ ਕੇ ਜਿਸ ਰਸਤੇ ਵੱਲ ਚੱਲੇ, ਉਹ ਰਸਤਾ ਕਿੱਥੇ ਜਾਂਦਾ ਸੀ? ਉਹ ਕੀਰਤਪੁਰ ਸਾਹਿਬ ਆਉਂਦਾ। ਅੱਜ ਵੀ ਅਸੀਂ ਜਗ੍ਹਾ ਜਾਂਦੇ ਹਾਂ ਅਤੇ ਪਹਿਲੇ ਕੀਰਤਪੁਰ ਸਾਹਿਬ ਆਉਂਦਾ, ਦਿੱਲੀ ਤੋਂ ਜਾਓ ਅਤੇ ਕੀਰਤਪੁਰ ਸਾਹਿਬ ਪਹਿਲੇ ਆਉਂਦਾ, ਅਨੰਦਪੁਰ ਸਾਹਿਬ ਬਾਅਦ 'ਚ ਆਉਂਦਾ। ਸੋ ਭਾਈ ਜੈਤਾ ਜੀ ਨੇ ਆਪਣਾ ਰਸਤਾ ਬਿਲਕੁਲ ਸਾਹਮਣੇ, ਉਹਨਾਂ ਨੂੰ ਸਮਝ ਆ ਗਈ ਕਿ ਹੁਣ ਮੈਂ ਜਾਵਾਂਗਾ ਕੀਰਤਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਤੋਂ ਫਿਰ ਮੈਂ ਅੱਗੇ ਪਹੁੰਚ ਜਾਵਾਂਗਾ ਅਨੰਦਪੁਰ ਸਾਹਿਬ। ਸੋ ਉਹਨਾਂ ਦੇ ਮਨ ਵਿੱਚ ਬੜੀ ਇਸ ਚੀਜ਼ ਦੀ ਸੈਟਿਸਫੈਕਸ਼ਨ ਹੋ ਰਹੀ ਸੀ ਕਿ ਮੈਂ ਕਾਫੀ ਨੇੜੇ ਪਹੁੰਚ ਗਿਆ। ਪਰ ਕੀਰਤਪੁਰ ਸਾਹਿਬ ਪਹੁੰਚ ਕੇ ਜੋ ਨਜ਼ਾਰਾ ਉਹਨਾਂ ਨੇ ਦੇਖਿਆ, ਭਾਈ ਜੈਤਾ ਜੀ ਨੇ ਜੋ ਨਜ਼ਾਰਾ ਦੇਖਿਆ ਜਾਂ ਸੰਗਤ ਨੇ ਜੋ ਨਜ਼ਾਰਾ ਦੇਖਿਆ, ਉਹ ਬਿਆਨ ਤੋਂ ਬਾਹਰ ਹੈ। ਉਹ ਗੱਲ ਕਰਨ ਵਾਸਤੇ ਬੜਾ ਵੱਡਾ ਜਿਗਰਾ ਚਾਹੀਦਾ ਹੈ। ਉਹ ਗੱਲ ਕਰਨ ਵਾਸਤੇ, ਸੁਣਨ ਵਾਸਤੇ, ਪੜ੍ਹਨ ਵਾਸਤੇ ਉਹ ਨਜ਼ਾਰਾ ਕੀਰਤਪੁਰ ਸਾਹਿਬ ਦਾ, ਉਸ ਦੇ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ ਹੈ। ਮਨ ਜਿਹੜਾ ਹੈ ਵਿਰਾਗ ਵਿੱਚ ਆ ਜਾਂਦਾ ਹੈ। ਮਨ ਸੋਚਦਾ ਹੈ, ਇਨਸਾਨ ਦੇ ਮਨ ਦੇ ਅੰਦਰ ਬੜਾ ਹੀ ਇਸ ਗੱਲ ਦਾ ਵਿਚਾਰ ਆਉਂਦਾ ਹੈ ਕਿ ਦੇਖੋ ਕਿੰਨਾ ਔਖਾ ਸਮਾਂ ਉਸ ਵਕਤ ਸਿੱਖਾਂ ਦੇ ਉੱਤੇ ਆਇਆ, ਪਰ ਜਿਹੜੇ ਨਿਡਰ ਸਿੱਖ ਸਨ, ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਸੀ, ਉਹਨਾਂ ਨੇ ਆਪਣੇ ਕੰਮ ਉਹਨਾਂ ਨੇ ਕਰਕੇ ਦਿਖਾਇਆ ਔਰ ਆਪਣਾ ਮਿਸ਼ਨ ਜਿਹੜਾ ਹੈ ਉਸ ਵਿੱਚ ਉਹਨਾਂ ਨੂੰ ਸਫਲਤਾ ਮਿਲੀ। ਸੋ ਮੇਰਾ ਖਿਆਲ ਹੈ ਅਸੀਂ ਵੀ ਹੁਣ ਹੌਲੀ ਹੌਲੀ ਜਿਸ ਤਰ੍ਹਾਂ ਭਾਈ ਜੈਤਾ ਜੀ ਆਪਣੀ ਮੰਜ਼ਿਲ ਵੱਲ ਵੱਧ ਰਹੇ ਨੇ, ਅਸੀਂ ਵੀ ਇਤਿਹਾਸ ਦਾ ਵਰਣਨ ਕਰਦੇ ਕਰਦੇ ਆਪਣੀ ਮੰਜ਼ਿਲ ਦੇ ਨੇੜੇ ਪਹੁੰਚ ਗਏ ਹਾਂ। ਗੱਲ ਅਸੀਂ ਕਿੱਥੋਂ ਤੱਕ ਪਹੁੰਚਾਉਣੀ ਹੈ? ਸੰਸਕਾਰ ਤੱਕ। ਜਦ ਤੱਕ ਸੀਸ ਦਾ ਸੰਸਕਾਰ ਨਹੀਂ ਹੁੰਦਾ, ਉਸ ਤੋਂ ਪਹਿਲੇ ਜੋ ਜੋ ਪਾਣਾ ਵਰਤਿਆ ਉਹ ਗੱਲ ਅਸੀਂ ਕਰ ਰਹੇ ਹਾਂ। ਸੋ ਅਸੀਂ ਵੀ ਕਾਫੀ ਨਜ਼ਦੀਕ ਪਹੁੰਚ ਗਏ ਹਾਂ। ਮਹਾਰਾਜ ਕਿਰਪਾ ਕਰਨਗੇ ਔਰ ਇਹ ਸਾਰਾ ਬਿਆਨ ਜਿਹੜਾ ਹੈ, ਸਾਰਾ ਵਰਤਾਂਤ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਕੋਲ ਆਪ ਹੀ ਕਰਾ ਲੈਣਗੇ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ ਜੀ। ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।